बेटा ਹੁਣ ਆਪਾਂ ਅਧਿਆਇ 2 ਦੀ ਅਭਿਆਸ 2.3 ਸ਼ੁਰੂ ਕਰਨ ਜਾ ਰਹੇ ਹਾਂ, ਜਿਹੜੀ ਬਹੁਪਦਾਂ ਦੀ ਭਾਗ 'ਤੇ ਨਿਰਭਰ ਕਰਦੀ ਹੈ। ਅਸੀਂ ਇਹਦੇ ਵਿੱਚ ਬਹੁਪਦਾਂ ਦੀ ਭਾਗ ਸਿੱਖਾਂਗੇ। ਥੋੜ੍ਹਾ ਧਿਆਨ ਨਾਲ ਸਮਝਣਾ ਪੈਣਾ ਹੈ ਬੇਟਾ। ਥੋੜ੍ਹਾ ਜਿਹਾ ਟੌਪਿਕ ਔਖਾ ਲੱਗੇਗਾ, ਬਟ ਪ੍ਰੈਕਟਿਸ ਨਾਲ ਇਹ ਟੌਪਿਕ ਵੀ ਤੁਹਾਨੂੰ ਬਹੁਤ ਹੀ ਸੌਖਾ ਲੱਗਣ ਲੱਗ ਜਾਏਗਾ। ਇਸ ਸਵਾਲ ਦੇ ਵਿੱਚ ਲਿਖਿਆ ਗਿਆ ਹੈ, ਵੰਡ ਐਲਗੋਰਿਥਮ ਦੀ ਵਰਤੋਂ ਕਰਕੇ, ਵੰਡ ਐਲਗੋਰਿਥਮ ਦਾ ਮਤਲਬ ਭਾਗ, ਹੇਠਾਂ ਦਿੱਤੀਆਂ ਵਿੱਚ ਬਹੁਪਦ px ਨੂੰ ਬਹੁਪਦ gx ਨਾਲ ਭਾਗ ਕਰੋ ਅਤੇ ਭਾਗਫਲ ਅਤੇ ਬਾਕੀ ਪਤਾ ਕਰੋ। ਸਾਰਿਆਂ ਨੂੰ ਪਤਾ ਹੈ ਕਿ ਜੇ ਆਪਾਂ ਕਿਸੇ 10 ਨੂੰ ਜੇ 3 ਨਾਲ ਭਾਗ ਕਰੀਏ ਅਤੇ ਜੇ 10 ਨੂੰ ਆਪਾਂ 3 ਨਾਲ ਭਾਗ ਕਰਦੇ ਹਾਂ ਤਾਂ 3 ਤੀਆ 9, ਇਹ ਸਾਡਾ ਭਾਗਫਲ ਹੁੰਦਾ ਹੈ ਅਤੇ ਇਹ ਸਾਡਾ ਬਾਕੀ ਹੁੰਦਾ ਹੈ। ਅਸੀਂ ਇਹਨਾਂ ਨੂੰ ਵੀ ਭਾਗ ਕਰਨੀ ਹੈ ਬੇਟਾ। ਅਤੇ ਸਾਡਾ ਪਹਿਲਾ ਕੁਐਸਚਨ ਹੈ ਜਿਹਦੇ ਵਿੱਚ px ਦਿੱਤਾ ਗਿਆ ਹੈ, ਆਹ ਵਾਲੀ ਬਹੁਪਦ ਅਤੇ gx ਇਸ ਬਹੁਪਦ ਨੂੰ ਕਿਹਾ ਗਿਆ ਹੈ। ਅਸੀਂ ਹੁਣ ਭਾਗ ਕਰਨਾ ਸਿੱਖਣ ਲੱਗੇ ਹਾਂ। ਧਿਆਨ ਨਾਲ ਦੇਖਿਓ ਬੇਟਾ। ਹੁਣ ਸਾਡੇ ਕੋਲ px gx ਦਿੱਤਾ ਗਿਆ ਸੀਗਾ। ਅਸੀਂ px ਨੂੰ ਬਰੈਕਟ ਦੇ ਅੰਦਰ ਲਿਖਣਾ ਬੇਟਾ, x ਦੀ ਘਾਤ 3 ਮਾਈਨਸ 3x ਦੀ 2 ਜਮ੍ਹਾਂ 5x ਮਾਈਨਸ 3 ਅਤੇ gx ਨੂੰ ਬਰੈਕਟ ਤੋਂ ਬਾਹਰ ਲਿਖਣਾ ਹੈ। ਲਿਖਦੇ ਹੋਏ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਬੇਟਾ ਕਿ ਜਿਹੜੀ ਵੀ ਰਕਮ ਤੁਸੀਂ ਚਾਹੇ px ਲਿਖ ਰਹੇ ਹੋ ਚਾਹੇ gx ਲਿਖ ਰਹੇ ਹੋ, ਉਹ ਘਾਤ ਵੱਧ ਤੋਂ ਛੋਟੀ ਹੋਣੀ ਚਾਹੀਦੀ ਹੈ। ਮਤਲਬ 3 ਤੋਂ ਬਾਅਦ 2 ਘਾਤ, ਫਿਰ 1 ਘਾਤ, ਫਿਰ ਘਾਤ ਖਤਮ। ਇੱਦਾਂ ਹੀ ਇੱਧਰ ਜੇ ਉਲਟਾ ਰਕਮ ਦਿੱਤੀ ਹੈ ਤਾਂ ਉਹਨੂੰ ਠੀਕ ਕਰਨਾ ਜ਼ਰੂਰੀ ਹੁੰਦਾ ਹੈ। ਫਿਲਹਾਲ ਤੁਹਾਨੂੰ ਬਿਲਕੁਲ ਸਹੀ ਰਕਮ ਦਿੱਤੀ ਹੋਈ ਸੀ, ਤੁਸੀਂ ਉਹਨੂੰ ਭਾਗ ਦੇ ਵਿੱਚ ਲਿਖ ਲਿਆ ਹੈ। ਹੁਣ ਭਾਗ ਕਿੱਦਾਂ ਕਰਨੀ, ਧਿਆਨ ਨਾਲ ਦੇਖਣਾ ਹੈ। ਪਹਿਲੀ ਰਕਮ ਜਿਹੜੀ ਵੀ ਤੁਹਾਨੂੰ ਦਿੱਤੀ ਗਈ ਹੈ x ਦੀ ਘਾਤ 3 ਅਤੇ ਪਹਿਲੀ ਰਕਮ x ਦੀ ਘਾਤ 2 ਇਸ ਤਰੀਕੇ ਨਾਲ ਲਿਖਣੀ ਹੈ। ਜੋ ਭਾਗ ਦੇ ਅੰਦਰ ਹੈ ਉਹ ਉੱਪਰ ਲਿਖਣੀ ਹੈ, ਜੋ ਭਾਗ ਤੋਂ ਬਾਹਰ ਹੈ ਉਹ ਨੀਚੇ ਲਿਖਣੀ ਹੈ। ਹੁਣ ਇਹਨਾਂ ਨੂੰ ਕੱਟਣਾ ਹੈ। ਉੱਪਰ 3x ਹੈ, ਥੱਲੇ 2x ਹੈ ਅਤੇ 1x ਬਚ ਗਿਆ ਬੇਟਾ, ਅਤੇ ਇੱਥੇ ਤੁਸੀਂ ਉਹ x ਲਿਖ ਦੇਣਾ ਹੈ। ਸਮਝ ਲੱਗ ਗਈ? ਪਹਿਲੀ ਰਕਮ ਉੱਪਰ, ਪਹਿਲੀ ਰਕਮ ਥੱਲੇ, ਜੋ ਬਚਿਆ ਉਹੀ ਤੁਹਾਡਾ ਭਾਗਫਲ ਦੇ ਵਿੱਚ ਲਿਖਿਆ ਜਾਏਗਾ। ਹੁਣ ਇਸ x ਨਾਲ ਤੁਸੀਂ ਇਹਨਾਂ ਦੋਨਾਂ ਨੂੰ ਗੁਣਾ ਕਰਨੀ ਹੈ ਬੇਟਾ। x ਨੂੰ x ਦੀ ਘਾਤ 2 ਨਾਲ ਗੁਣਾ ਕੀਤੀ ਅਤੇ x ਕਿੰਨੇ ਹੋ ਗਏ? 2 ਤਾਂ ਪਹਿਲੇ ਹੀ ਸੀਗੇ, ਇੱਕ ਹੋਰ ਆ ਗਿਆ ਤਾਂ x ਦੀ ਘਾਤ ਕਿੰਨੀ ਹੋ ਗਈ ਬੇਟਾ? 3। ਪਹਿਲੀ ਰਕਮ ਹਮੇਸ਼ਾ ਸੇਮ ਆਉਣੀ ਹੁੰਦੀ ਹੈ। ਹੁਣ ਇਸ x ਨੂੰ ਆਪਾਂ 2 ਨਾਲ ਗੁਣਾ ਕਰਨ ਲੱਗੇ ਹਾਂ। 2 ਗੁਣਾ x ਕਿੰਨਾ ਹੁੰਦਾ ਹੈ? 2x। ਅਤੇ ਫਿਰ 2x ਇਸ ਫੈਮਿਲੀ ਵਿੱਚ ਨਹੀਂ ਲਿਖਿਆ ਜਾਊਗਾ, ਕਿਉਂਕਿ ਇਹ ਫੈਮਿਲੀ x ਦੀ ਘਾਤ 2 ਦੀ ਹੈ। 2x ਕਿੱਥੇ ਆਊਗਾ? ਇੱਥੇ ਆਊਗਾ ਬੇਟਾ, ਮਾਈਨਸ ਅਤੇ 2x। ਇਹ ਧਿਆਨ ਰੱਖਣਾ ਹੈ ਕਿ ਜਿਹੜੀ ਫੈਮਿਲੀ ਦਾ ਜੋ ਮੈਂਬਰ ਹੈ ਉਹ ਆਪਣੀ ਫੈਮਿਲੀ ਵਿੱਚ ਹੀ ਲਿਖਿਆ ਜਾਵੇ। ਜਿੱਦਾਂ ਘਾਤ 3 ਦਾ ਫੈਮਿਲੀ ਮੈਂਬਰ ਘਾਤ 3 'ਚ ਲਿਖਿਆ ਜਾਏਗਾ, 2x ਵਾਲੀ ਫੈਮਿਲੀ ਮੈਂਬਰ 'ਚ ਲਿਖਿਆ ਜਾਏਗਾ। ਅਤੇ ਮਾਈਨਸ ਇਸ ਕਰਕੇ ਲੱਗਿਆ ਕਿਉਂਕਿ 2 ਮਾਈਨਸ ਦਾ ਸੀਗਾ। ਹੁਣ ਕੀ ਕਰਨਾ ਹੁੰਦਾ ਬੇਟਾ? ਥੋੜ੍ਹੀ ਜਗ੍ਹਾ ਛੱਡ ਕੇ ਲਾਈਨ ਖਿੱਚਣੀ ਹੁੰਦੀ ਹੈ ਅਤੇ ਜਿਹੜੀ ਨਵੀਂ ਤੁਸੀਂ ਸੰਖਿਆਵਾਂ ਲਿਖੀਆਂ ਹੁਣੇ, ਮੈਂ ਜਿਹੜੀ ਕਾਲੇ ਰੰਗ ਨਾਲ ਲਿਖੀਆਂ ਆ, ਉਹਨਾਂ ਦੇ ਬੇਟਾ ਸਾਈਨ ਚੇਂਜ ਕਰਨੇ ਹੁੰਦੇ ਆ। ਜਿਵੇਂ 2x ਕਿਹਦਾ ਹੈ? ਮਾਈਨਸ ਦਾ। ਹੁਣ ਕੀ ਬਣ ਜਾਏਗਾ? ਉਹ ਪਲੱਸ ਦਾ ਬਣ ਜਾਏਗਾ। ਅਤੇ ਇਹ ਪਲੱਸ ਦਾ ਸੀਗਾ ਅਤੇ ਕਿਹਦਾ ਬਣ ਜਾਏਗਾ? ਮਾਈਨਸ ਦਾ ਬਣ ਜਾਏਗਾ। ਅਤੇ ਇਹ ਰਕਮ ਹਮੇਸ਼ਾ ਕੱਟੀ ਜਾਣਗੀ ਕਿਉਂਕਿ x ਦੀ ਘਾਤ 3 ਇੱਕ ਪਲੱਸ ਦਾ ਸੀਗਾ ਅਤੇ ਇੱਕ ਮਾਈਨਸ ਦਾ ਹੈ। ਹੁਣ ਤੁਸੀਂ ਕੀ ਕਰਨਾ ਹੈ ਬੇਟਾ? ਜੇ ਤਾਂ ਕੋਈ ਰਕਮ ਪਹਿਲਾਂ ਬਚੀ ਹੋਈ ਹੈ ਤਾਂ ਉਹ ਲਿਖ ਲੈਣੀ ਹੈ, ਮਾਈਨਸ 3x ਦੀ ਘਾਤ 2। ਹੁਣ 5 ਦੱਸੋ ਕਿਹਦਾ ਹੈ? ਪਲੱਸ ਦਾ। ਅਤੇ 2 ਕਿਹਦਾ ਹੈ? ਉਹ ਵੀ ਪਲੱਸ ਦਾ। ਪਹਿਲਾਂ ਸੀਗਾ ਮਾਈਨਸ ਦਾ, ਹੁਣ ਕਿਹਦਾ ਹੋ ਗਿਆ? ਪਲੱਸ ਦਾ। ਅਤੇ ਦੋਨੇ ਰਕਮਾਂ ਪਲੱਸ ਦੀਆਂ ਹੈਗੀਆਂ ਤਾਂ ਫਿਰ ਪਲੱਸ ਦੇ ਕਿੰਨੇ ਬਣ ਗਏ? 5 ਅਤੇ 2 7x ਮਾਈਨਸ 3। ਇਹ ਤੁਹਾਡੀ ਭਾਗ ਦੀ ਪਹਿਲੀ ਸਮੀਕਰਨ ਦੀ ਰਕਮ ਖਤਮ ਹੋਈ ਹੈ ਬੇਟਾ। ਹੁਣ ਫਿਰ ਦੁਬਾਰਾ ਦੇਖੋ, ਪਹਿਲੀ ਰਕਮ ਕੀ ਹੈ? ਮਾਈਨਸ 3x ਦੀ 2। ਪਹਿਲੀ ਸਮੀਕਰਨ ਦੀ ਪਹਿਲੀ ਰਕਮ ਉੱਪਰ, ਪਹਿਲੀ ਸਮੀਕਰਨ ਦੀ ਪਹਿਲੀ ਰਕਮ ਨੀਚੇ। ਇਹ ਕੱਟੇ ਗਏ, ਕੀ ਬਚ ਗਿਆ ਬੇਟਾ? ਮਾਈਨਸ ਦੇ 3। ਆਈ ਗੱਲ ਸਮਝ? ਹੁਣ ਮਾਈਨਸ 3 ਨਾਲ ਤੁਸੀਂ ਫਿਰ ਗੁਣਾ ਕਰਨੀ ਹੈ। ਮਾਈਨਸ 3 ਨਾਲ ਜਦੋਂ ਇਹਨੂੰ ਗੁਣਾ ਕੀਤਾ ਤਾਂ ਮਾਈਨਸ 3x ਦੀ ਘਾਤ 2 ਆ ਗਿਆ। ਇਸ ਕਰਕੇ ਉਹ ਰਕਮ ਮਾਈਨਸ 3 ਸੀ ਅਤੇ ਇਹ x ਦੀ ਘਾਤ 2 ਸੀਗੀ। ਹੁਣ ਮਾਈਨਸ 3 ਨੂੰ ਜਦੋਂ ਮਾਈਨਸ 2 ਨਾਲ ਗੁਣਾ ਕੀਤਾ ਅਤੇ 2 ਮਾਈਨਸ ਬਣ ਕੇ ਪਲੱਸ, ਅਤੇ 3 ਦੂਣੀ 6। ਹੁਣ 6 ਇੱਥੇ ਤਾਂ ਨਾ ਲਿਖਿਆ ਜਾਊਗਾ ਕਿਉਂਕਿ ਇਹ x ਵਾਲਾ ਘਰ ਆ, ਇੱਥੇ ਲਿਖਿਆ ਜਾਊਗਾ ਪਲੱਸ 6, ਸੇਮ ਫੈਮਿਲੀ ਮੈਂਬਰ ਦੇ ਵਿੱਚ। ਫਿਰ ਥੋੜ੍ਹੀ ਜਗ੍ਹਾ ਛੱਡ ਕੇ ਲਾਈਨ ਖਿੱਚਣੀ ਹੈ ਅਤੇ ਜਿਹੜੀ ਰਕਮ ਹੁਣੇ ਲਿਖੀ ਹੈ ਉਹ ਪਲੱਸ ਕੀ ਬਣ ਗਿਆ? ਮਾਈਨਸ, ਅਤੇ ਮਾਈਨਸ ਕੀ ਬਣ ਗਿਆ? ਪਲੱਸ। ਸਾਈਨ ਚੇਂਜ ਕਰਦੇ ਵੇਲੇ ਪੁਰਾਣੀ ਰਕਮ ਨਹੀਂ ਦੇਖਣੀ, ਜੋ ਹੁਣੇ ਰਕਮ ਲਿਖੀ ਹੈ ਉਹਦੇ ਹੀ ਸਾਈਨ ਚੇਂਜ ਹੋਣਗੇ। ਇਹ ਹਮੇਸ਼ਾ ਕੱਟੀ ਜਾਂਦੀ ਹੈ ਪਹਿਲੀ ਸਮੀਕਰਨ। 7x ਸੇਮ ਉਤਰ ਗਿਆ, 3 ਕਿਹਦਾ ਬੇਟਾ? ਮਾਈਨਸ ਦਾ, ਅਤੇ 6 ਕਿਹਦਾ ਹੈ? ਉਹ ਵੀ ਮਾਈਨਸ ਦਾ। ਇਸ ਕਰਕੇ ਮਾਈਨਸ ਮਾਈਨਸ ਪਲੱਸ ਹੋ ਗਏ ਅਤੇ ਆਹ ਜਿਹੜੀ ਘਾਤ ਹੈ 1 ਇਸ ਤੋਂ ਛੋਟੀ ਹੋ ਗਈ, ਇਸ ਕਰਕੇ ਇਹਨੂੰ ਕੀ ਕਹਿੰਦੇ ਆਪਾਂ? ਬਾਕੀ। ਅਤੇ ਸਾਡਾ ਹੁਣ ਦੱਸੋ ਭਾਗਫਲ ਕਿੰਨਾ ਆ ਗਿਆ? x ਮਾਈਨਸ 3 ਅਤੇ ਸਾਡਾ ਬਾਕੀ ਕਿੰਨਾ ਆ ਗਿਆ ਹੈ? 7x ਮਾਈਨਸ 9, ਜੋ ਕਿ ਸਾਡਾ ਆਨਸਰ ਹੋਏਗਾ। ਉਮੀਦ ਹੈ ਤੁਹਾਨੂੰ ਭਾਗ ਸਮਝ ਆਈ ਹੋਏਗੀ। ਇੱਕ ਹੋਰ ਭਾਗ ਸਮਝਾਊਂਗਾ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗੀ।
पर फिर भी एक बार दोबारा देख लो, पहली समीकरण की जो रकम है, पहली रकम इसमें ऊपर लिखना है, पहली रकम ਨੂੰ ही थले लिखना है। ऊपर x 3 है, थले 2 है, कट के 1 आ गया, x लिखिया, ਉਹਦੇ ਨਾਲ ਦੋਨਾਂ ਨੂੰ ਗੁਣਾ ਕਰਨੀ ਹੈ। ਗੁਣਾ ਕਰਨ ਤੋਂ ਬਾਅਦ ਉਹਨਾਂ ਜਿਹੜੀ ਰਕਮ ਹੁਣ ਗੁਣਾ ਕਰਕੇ ਆਈ ਹੈ ਉਹਨਾਂ ਦੇ ਹੀ ਸਾਈਨ ਚੇਂਜ ਕਰਨੇ ਜ਼ਰੂਰੀ ਹੁੰਦੇ ਹਨ। ਫਿਰ ਪਹਿਲੀ ਰਕਮ ਹਮੇਸ਼ਾ ਕੱਟੀ ਜਾਂਦੀ ਹੈ। ਆ ਰਕਮ ਸੇਮ ਉਤਾਰ ਲਈ, 5 ਵੀ प्लस ਦਾ 2 ਵੀ प्लस ਦਾ, ਇਸ ਕਰਕੇ ਉਹ 7x ਬਣ ਗਏ, -3 ਆ ਗਿਆ। ਇਸੇ ਤਰ੍ਹਾਂ ਸੇ ਆਪਾਂ ਫਿਰ ਦੁਬਾਰਾ ਕੀਤਾ ਅਤੇ ਬੜੇ ਹੀ ਸਹੀ ਤਰੀਕੇ ਨਾਲ ਆਪਾਂ ਭਾਗ ਪੂਰੀ ਕੀਤੀ ਹੈ। ਹੁਣ ਇਹਦਾ ਹੀ ਸੈਕਿੰਡ ਪਾਰਟ ਆਪਾਂ ਕਰਨ ਲੱਗੇ ਹਾਂ। ਤਾਂ ਨਾਲ ਦੇਖਿਓ ਬੇਟਾ ਸੈਕਿੰਡ ਪਾਰਟ ਦੇ ਵਿੱਚ ਸਾਨੂੰ px ਅਤੇ gx ਆ ਦਿੱਤੇ ਗਏ ਹਨ। ਅਸੀਂ ਫਿਰ ਉਹੀ ਇਸ ਤਰੀਕੇ ਨਾਲ ਹੀ px ਨੂੰ ਭਾਗ ਦੇ ਅੰਦਰ तो असी चैक कर लिया है कि साढ़े कोल जो px है उसकी पहला सब तो वड्डी पावर है, उस तो बाद छोटी घात हुई, फिर छोटी हुई, फिर छोटी हुई। लेकिन जो gx है साढ़े कोल gx की घात थोड़ी ठीक नहीं हैगी, उन्होंने ठीक करना पड़ेगा क्योंकि ये घात देखो x 2 है, फिर x आएगा, फिर 1 आएगा। इनू जो अगे पिछे करना है बेटा तो रकम का साइन चेंज नहीं करना, क्योंकि अभी मैं बार बार समझा रहा है खब्बे नूं सज्जे ते सज्जे नूं खब्बे भेजन ते साइन चेंज होंदा है। इक्को थां ते अगर कोई रकम अगे पिछे करिए तो विद साइन होंदी है। ठीक है, तो हुण किहड़ी रकम लिखांगे आपां, x की घात 2 माइनस x जमा 1। तो अगे सवाल करने का तरीका वही रहेगा जो आपां कर रहे सीगे। पहली रकम किहड़ी है, x की घात 4, पहली रकम किहड़ी है, x की घात 2, कट के ऊपर 4 है, थले 2 है, तो 2 बच गए, x की घात 2 आ गई। ठीक है, हुण x की घात 2 नाल आपां 3 नूं गुणा करनी बेटा, पहले नूं भी, दूजे नूं भी, तीजे नूं भी। x की घात 2, x की घात 2 बन गई x की घात 4। x की घात 2 नूं जदों x नाल गुणा किया तो किन्ने बने, 2 तो 1 3 बने ना, x की घात 3 हो गई, नाल माइनस का साइन। पर x की घात 3 की तो फैमिली है ही नहीं इत्थे, तो जेकर किसी की फैमिली ही नहीं हैगी तो नवी फैमिली बनानी पैनी बेटा, माइनस x की घात 3। समझ लग गई। तो उस तो बाद जगह छड्ड के लाइन खिंचनी होंदी है, तो जो नवे अखर लिखे होने, एक सॉरी रह गया, x की घात 2 नूं 1 नाल भी तो करना सीगा, प्लस 1 x की 2। ध्यान नाल सुन लो बेटा, जो रकम ऊपर आई है उन्होंने पहले नाल गुणा की, x की घात 4 आया, दूजे नाल गुणा की माइनस x की घात 3, फैमिली नवी बनानी पई, x की घात 2 एक ना किया, x की घात 2 आ गया। हुण साइन चेंज करिए, प्लस है तो माइनस बन गया, प्लस है तो माइनस बन गया, माइनस है तो प्लस बन गया। पहली समीकरण ने हमेशा कटे जाना बेटा। हुण ध्यान रखना है, ये 3 किहदा है बेटा, माइनस का, तो 1 किहदा है, वो भी माइनस का, तो माइनस माइनस प्लस, माइनस 4x की घात 2 प्लस के 4x उतर गए, प्लस के 5 भी उतर गए। हुण आ की है, प्लस का x की घात 3, पर मैं तुहानूं समझाया सी कि वड्डी घात सब तो पहले आनी होंदी है, तो इसलिए x की घात 3 तुसीं सब तो अगे लिखोगे, पीछे नहीं लिखोगे बेटा। और वो प्लस दी आ गई क्योंकि साइन चेंज हो चुका सीगा। हुण तुहाडी पहली आइटरेशन खत्म हो चुकी है। हुण दोबारा x की घात 3, पहली समीकरण की पहली रकम ऊपर तो x की घात 2 नीचे, कटिंग करके इकल्ला x बचूगा क्योंकि घात 3 ऊपर है, 2 थले है। हुण इत्थे आपां x लिख लिया। हुण एक x नाल 3 नूं गुणा करनी है, x नाल x की घात 2 नूं कितना कितना आ गया, x की घात 3, x नाल x नूं गुणा किया तो आया माइनस x की घात 2, माइनस 1 x की घात 2, एक्स नाल 1 नूं कितना प्लस एक्स, 1x, जो कुछ ना हो तो लगता। हुण प्लस है तो की बन जाऊगा, माइनस, माइनस है तो की बन जाएगा, प्लस, प्लस है तो की बन जाएगा, माइनस। आ साइन हमेशा कट्टे जाने हैं। 4 किहदा बेटा, माइनस का, तो 1 किहदा हो गया हुण प्लस का, माइनस ते प्लस, माइनस 3x की 2 क्योंकि वड्डी रकम माइनस दी है, 4 माइनस 1 3x जमा 5। तो साड़ी हुण दूजी आइटरेशन भी कंप्लीट हो गई है। हुण तीजी आइटरेशन दे विच चलते हैं। पहली रकम है माइनस 3x की 2, तो पहली रकम है x की 2, कट के मिले -3, तो आप इत्थे की लिखांगे -3। हुण -3 नाल इहनूं गुणा किया, -3x की 2, -3 नाल माइनस x नूं गुणा किया, प्लस ते 3x, -3 नूं 1 नाल गुणा किया, माइनस ते 3। हुण आ माइनस की बन जाएगा बेटा, प्लस, ये प्लस की बन जाएगा, माइनस ते माइनस की बन जाएगा प्लस, ये कट्टे गए, बाई चांस ये भी कट्टे गए, 5 भी प्लस का, 3 भी प्लस का, कितना आ गया 8, जो कि साडा की है बाकी। तो हुण साडा भागफल आ गया है आ, तो बाकी आ गया है 8। तो इस तरह साडा भागफल बराबर एक्स की घात 2 जमा x -3 होएगा, तो साडा बाकी की होएगा 8 होएगा।
ਤੇ ਇਹ ਸਾਡੇ ਸਵਾਲ ਦਾ ਆਨਸਰ ਮੰਨਿਆ ਜਾਏਗਾ। ਉਮੀਦ ਹੈ ਤੁਹਾਨੂੰ ਦੋਨੋਂ ਭਾਗ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਹੁਣ ਅਗਲੀ ਵੀਡੀਓ 'ਚ ਅਸੀਂ ਤੀਜਾ ਭਾਗ ਕਰਾਂਗੇ। 2 ਭਾਗ ਚੰਗੀ ਤਰ੍ਹਾਂ ਪੜ੍ਹ ਕੇ ਦੁਬਾਰਾ ਕੱਢ ਕੇ ਦੇਖੋ। ਥੋੜ੍ਹਾ ਜਿਹਾ ਟੌਪਿਕ ਬੇਟਾ ਔਖਾ ਹੈ, ਪਰ ਪ੍ਰੈਕਟਿਸ ਹੀ ਤੁਹਾਨੂੰ ਇਹ ਟੌਪਿਕ ਸੌਖਾ ਬਣਾ ਸਕਦੀ ਹੈ।